Lesson 1 Chemical Reaction and Equation ਅਸੀਂ ਰੋਜ਼ਾਨਾ ਜੀਵਨ ਵਿੱਚ ਆਪਣੇ ਆਲੇ ਦੁਆਲੇ ਕੁਝ ਬਦਲਾਅ ਹੋਏ ਦੇਖਦੇ ਹਾਂ, ਜਿਵੇਂ ਲੋਹੇ ਨੂੰ ਜੰਗ ਲੱਗਣਾ, ਦੁੱਧ ਤੋਂ ਦਹੀਂ ਦਾ ਬਣਨਾ, ਸਾਹ ਲੈਣ ਸਮੇਂ ਆਕਸੀਜਨ ਦਾ ਅੰਦਰ ਅਤੇ ਕਾਰਬਨ ਡਾਈਆਕਸਾਈਡ ਗੈਸ ਦਾ ਬਾਹਰ ਆਉਣਾ, ਪੌਦਿਆਂ ਵਿੱਚ ਵਾਧਾ ਹੋਣਾ, ਆਟੇ ਦਾ ਖਮੀਰਨ। ਅਸੀਂ ਦੇਖਦੇ ਹਾਂ ਇਹਨਾਂ ਸਾਰੀਆਂ ਕਿਰਿਆਵਾਂ ਦੌਰਾਨ ਵਸਤੂ ਵਿੱਚ ਕੁਝ ਨਾ ਕੁਝ ਬਦਲਾਵ ਜਾਂ ਅੰਤਰ ਆ ਜਾਂਦਾ ਹੈ। ਸੋ ਉਹ ਪਰਿਵਰਤਨ ਜਿਸ ਵਿੱਚ ਪਦਾਰਥ ਦੇ ਰਸਾਇਣਿਕ ਗੁਣ ਬਦਲਦੇ ਹਨ, ਉਸ ਨੂੰ ਰਸਾਇਣਿਕ ਕਿਰਿਆ ਕਹਿੰਦੇ ਹਨ। ਆਓ ਦੇਖੀਏ ਰਸਾਇਣਿਕ ਪਰਿਵਰਤਨ ਹੋਣ ਦੇ ਸੰਕੇਤ। ਨੰਬਰ 1 ਪ੍ਰਕਾਸ਼ ਜਾਂ ਗੰਧ ਦਾ ਪੈਦਾ ਹੋਣਾ। ਨੰਬਰ 2 ਰੰਗ ਵਿੱਚ ਪਰਿਵਰਤਨ ਹੋਣਾ, ਗੈਸ ਦੀ ਉਤਪਤੀ ਜਾਂ ਨਿਕਲਣ ਨਾਲ, ਤਾਪਮਾਨ ਵਿੱਚ ਪਰਿਵਰਤਨ ਆਉਣ ਨਾਲ। ਇਹਨਾਂ ਸੰਕੇਤਾਂ ਦੁਆਰਾ ਅਸੀਂ ਨਿਰਧਾਰਿਤ ਕਰ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਹੋਈ ਹੈ। ਸੋ ਅੱਜ ਦਾ ਪ੍ਰਸ਼ਨ ਹੈ, ਰਸਾਇਣਿਕ ਕਿਰਿਆ ਤੋਂ ਕੀ ਭਾਵ ਹੈ ਅਤੇ ਰਸਾਇਣਿਕ ਕਿਰਿਆ ਦੇ ਕੀ ਸੰਕੇਤ ਹਨ? ਆਪਣੇ ਆਲੇ ਦੁਆਲੇ ਕੋਈ ਇੱਕ ਰਸਾਇਣਿਕ ਕਿਰਿਆ ਦੀ ਉਦਾਹਰਨ ਦਿਓ। ਆਓ ਅੱਜ ਰਸਾਇਣਿਕ ਸਮੀਕਰਨ ਬਾਰੇ ਜਾਣੀਏ। ਰਸਾਇਣਿਕ ਕਿਰਿਆ ਨੂੰ ਸੰਖੇਪ ਰੂਪ ਵਿੱਚ ਲਿਖਣ ਲਈ ਸਮੀਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਕੈਮੀਕਲ ਇਕੁਏਸ਼ਨ ਕਹਿੰਦੇ ਹਨ। ਰਸਾਇਣਿਕ ਸਮੀਕਰਨ ਵਿੱਚ ਅਭਿਕਾਰਕ ਆਪਸ ਵਿੱਚ ਮਿਲ ਕੇ ਇੱਕ ਨਵਾਂ ਉਤਪਾਦ ਬਣਾਉਂਦੇ ਹਨ। ਇਸ ਪਰਿਵਰਤਨ ਨੂੰ ਉਹਨਾਂ ਵਿਚਕਾਰ ਇੱਕ ਤੀਰ ਦੇ ਨਿਸ਼ਾਨ ਨਾਲ ਦਰਸਾਇਆ ਜਾਂਦਾ ਹੈ। ਜਿਵੇਂ ਕਿ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਕੈਮੀਕਲ ਇਕੁਏਸ਼ਨ ਵਿੱਚ ਖੱਬੇ ਪਾਸੇ A+B ਅਭਿਕਾਰਕ ਹਨ, ਜੋ ਕਿ ਰਸਾਇਣਿਕ ਕਿਰਿਆ ਵਿੱਚ ਭਾਗ ਲੈਂਦੇ ਹਨ, ਅਤੇ ਸੱਜੇ ਪਾਸੇ ਉਤਪਾਦ AB ਹਨ, ਜੋ ਅਭਿਕਾਰਕ ਦੀ ਆਪਸੀ ਕਿਰਿਆ ਤੋਂ ਉਤਪੰਨ ਹੁੰਦੇ ਹਨ। ਆਓ ਮੈਗਨੀਸ਼ੀਅਮ ਰਿਬਨ ਐਕਟੀਵਿਟੀ ਦੁਆਰਾ ਰਸਾਇਣਿਕ ਕਿਰਿਆ ਅਤੇ ਸਮੀਕਰਨਾਂ ਬਾਰੇ ਹੋਰ ਜਾਣੀਏ। ਐਕਟੀਵਿਟੀ ਵਿੱਚ ਸਾਨੂੰ ਮੈਗਨੀਸ਼ੀਅਮ ਰਿਬਨ, ਸੈਂਡਪੇਪਰ, ਬਰਨਰ ਔਰ ਲਿਟਮਸ ਪੇਪਰ ਦੀ ਜ਼ਰੂਰਤ ਹੈ। ਮੈਗਨੀਸ਼ੀਅਮ ਰਿਬਨ ਨੂੰ ਰੇਗਮਾਰ ਨਾਲ ਰਗੜ ਕੇ ਸਾਫ਼ ਕਰੋ। ਫਿਰ ਇਸ ਨੂੰ ਚਿਮਟੀ ਨਾਲ ਪਕੜੋ ਅਤੇ ਸਪਿਰਿਟ ਲੈਂਪ ਜਾਂ ਕੈਂਡਲ ਦੀ ਸਹਾਇਤਾ ਨਾਲ ਜਲਾਓ। ਅਸੀਂ ਦੇਖਦੇ ਹਾਂ ਕਿ ਮੈਗਨੀਸ਼ੀਅਮ ਰਿਬਨ ਚਿੱਟੀ ਰੌਸ਼ਨੀ ਦਿੰਦਾ ਹੋਇਆ ਜਲਦਾ ਹੈ ਅਤੇ ਚਿੱਟਾ ਪਾਊਡਰ ਪੈਦਾ ਕਰਦਾ ਹੈ। ਇਹ ਚਿੱਟਾ ਪਾਊਡਰ ਮੈਗਨੀਸ਼ੀਅਮ ਆਕਸਾਈਡ ਹੈ, ਜੋ ਹਵਾ ਵਿਚਲੀ ਆਕਸੀਜਨ ਦੀ ਆਪਸੀ ਕਿਰਿਆ ਕਾਰਨ ਪੈਦਾ ਹੋਇਆ ਹੈ। ਹੁਣ ਅਸੀਂ ਮੈਗਨੀਸ਼ੀਅਮ ਆਕਸਾਈਡ ਪਾਊਡਰ ਨੂੰ ਪਾਣੀ ਵਿੱਚ ਘੋਲਦੇ ਹਾਂ। ਇਹ ਇੱਕ ਐਕੁਅਸ ਸੋਲਿਊਸ਼ਨ ਹੈ। ਐਕੁਅਸ ਤੋਂ ਭਾਵ ਹੈ ਕਿ ਸੋਲਿਊਸ਼ਨ ਪਾਣੀ ਵਿੱਚ ਘੁਲ ਕੇ ਤਿਆਰ ਕੀਤਾ ਗਿਆ ਹੈ। ਮੈਗਨੀਸ਼ੀਅਮ ਪਾਊਡਰ ਪਾਣੀ ਵਿੱਚ ਘੁਲ ਕੇ ਮੈਗਨੀਸ਼ੀਅਮ ਹਾਈਡਰੋਆਕਸਾਈਡ ਬਣਾਉਂਦਾ ਹੈ। ਜਦੋਂ ਅਸੀਂ ਮੈਗਨੀਸ਼ੀਅਮ ਹਾਈਡਰੋਆਕਸਾਈਡ ਦੇ ਘੋਲ ਨੂੰ ਲਾਲ ਲਿਟਮਸ ਪੇਪਰ 'ਤੇ ਟੈਸਟ ਕਰਦੇ ਹਾਂ ਤਾਂ ਲਾਲ ਲਿਟਮਸ ਪੇਪਰ ਨੀਲਾ ਹੋ ਜਾਂਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਮੈਗਨੀਸ਼ੀਅਮ ਦਾ ਆਕਸਾਈਡ ਖਾਰੀ ਹੈ। ਰਸਾਇਣਿਕ ਕਿਰਿਆ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਸੰਯੋਜਨ ਕਿਰਿਆ, ਅਪਘਟਨ ਕਿਰਿਆ, ਵਿਸਥਾਪਨ ਕਿਰਿਆ ਅਤੇ ਦੁਹਰਾ ਵਿਸਥਾਪਨ ਕਿਰਿਆ। ਆਓ ਸਭ ਤੋਂ ਪਹਿਲਾਂ ਅਸੀਂ ਸੰਯੋਜਨ ਕਿਰਿਆ ਯਾਨੀ ਕੰਬੀਨੇਸ਼ਨ ਰਿਐਕਸ਼ਨ ਬਾਰੇ ਜਾਣੀਏ। ਸੰਯੋਜਨ ਕਿਰਿਆ ਇੱਕ ਅਜਿਹੀ ਰਸਾਇਣਿਕ ਕਿਰਿਆ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਆਪਸ ਵਿੱਚ ਮਿਲ ਕੇ ਇੱਕ ਨਵਾਂ ਉਤਪਾਦ ਬਣਾਉਂਦੇ ਹਨ। ਜਿਵੇਂ ਕਿ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ, ਕਾਰਬਨ ਪਲੱਸ ਆਕਸੀਜਨ ਦੋ ਅਭਿਕਾਰਕ ਹਨ ਜੋ ਆਪਸ ਵਿੱਚ ਰਸਾਇਣਿਕ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਇੱਕ ਨਵਾਂ ਉਤਪਾਦ ਪੈਦਾ ਕਰ ਰਹੇ ਹਨ। ਆਓ ਹੁਣ ਸੰਯੋਜਨ ਕਿਰਿਆ ਨੂੰ ਇੱਕ ਐਕਟੀਵਿਟੀ ਰਾਹੀਂ ਸਮਝੀਏ। ਇਸ ਕਿਰਿਆ ਦਾ ਲੋੜੀਂਦਾ ਸਮਾਨ ਹੈ ਚਾਈਨਾ ਡਿਸ਼, ਪਾਣੀ, ਡ੍ਰੌਪਰ ਔਰ ਕੈਲਸ਼ੀਅਮ ਆਕਸਾਈਡ ਜਾਂ ਅਣਬੁਝਿਆ ਚੂਨਾ। ਸਭ ਤੋਂ ਪਹਿਲਾਂ ਅਸੀਂ ਚਾਈਨਾ ਡਿਸ਼ ਵਿੱਚ ਥੋੜ੍ਹਾ ਜਿਹਾ ਕੈਲਸ਼ੀਅਮ ਆਕਸਾਈਡ ਜਾਂ ਅਣਬੁਝਿਆ ਚੂਨਾ
ਲਵਾਂਗੇ। ਹੁਣ ਇਸ ਵਿੱਚ ਪਾਣੀ ਪਾਓ। ਕੈਲਸ਼ੀਅਮ ਆਕਸਾਈਡ ਪਾਣੀ ਨਾਲ ਤੇਜ਼ੀ ਨਾਲ ਕਿਰਿਆ ਕਰਕੇ ਬੁਝਿਆ ਚੂਨਾ ਯਾਨੀ ਕੈਲਸ਼ੀਅਮ ਹਾਈਡਰੋਆਕਸਾਈਡ ਦਾ ਨਿਰਮਾਣ ਕਰਦਾ ਹੈ ਅਤੇ ਤਾਪ ਊਰਜਾ ਪੈਦਾ ਕਰਦਾ ਹੈ। ਇਸ ਸੰਯੋਜਨ ਕਿਰਿਆ ਦੌਰਾਨ ਕੈਲਸ਼ੀਅਮ ਆਕਸਾਈਡ ਪਲੱਸ ਵਾਟਰ ਆਪਸ ਵਿੱਚ ਕਿਰਿਆ ਕਰਕੇ ਇੱਕ ਨਵਾਂ ਉਤਪਾਦ ਕੈਲਸ਼ੀਅਮ ਹਾਈਡਰੋਆਕਸਾਈਡ ਅਤੇ ਤਾਪ ਊਰਜਾ ਪੈਦਾ ਕਰਦੇ ਹਨ। ਇਸ ਲਈ ਇਸ ਕਿਰਿਆ ਨੂੰ ਤਾਪ ਨਿਕਾਸੀ ਕਿਰਿਆ ਵੀ ਕਿਹਾ ਜਾਂਦਾ ਹੈ। ਜਿਵੇਂ ਕੋਲੇ ਦਾ ਜਲਣਾ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ। ਇਸੇ ਤਰ੍ਹਾਂ ਭੋਜਨ ਪਾਚਨ ਕਿਰਿਆ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ, ਕਿਉਂਕਿ ਪਾਚਨ ਕਿਰਿਆ ਦੌਰਾਨ ਭੋਜਨ ਵਿੱਚ ਕਾਰਬੋਹਾਈਡਰੇਟ ਟੁੱਟ ਕੇ ਗਲੂਕੋਜ਼ ਬਣਾਉਂਦੇ ਹਨ, ਜੋ ਆਕਸੀਜਨ ਨਾਲ ਕਿਰਿਆ ਕਰਕੇ ਊਰਜਾ ਪੈਦਾ ਕਰਦੇ ਹਨ। We will study about decomposition reaction यानी अपघटन ਕਿਰਿਆ, ਜੋ ਕਿ ਸੰਯੁਕਤ ਕਿਰਿਆ ਦੇ ਉਲਟ ਹੁੰਦੀ ਹੈ। ਇਸ ਵਿੱਚ ਇੱਕ ਅਭਿਕਾਰਕ ਦੋ ਜਾਂ ਦੋ ਤੋਂ ਵੱਧ ਉਤਪਾਦ ਬਣਾਉਂਦਾ ਹੈ। ਜਿਵੇਂ ਕਿ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ, AB ਇੱਕ ਅਭਿਕਾਰਕ ਹੈ ਜੋ ਕਿ A+B ਯਾਨੀ ਦੋ ਉਤਪਾਦ ਪੈਦਾ ਕਰ ਰਿਹਾ ਹੈ। ਆਓ ਡੀਕੰਪੋਜੀਸ਼ਨ ਰਿਐਕਸ਼ਨ ਨੂੰ ਇੱਕ ਕਿਰਿਆ ਰਾਹੀਂ ਸਮਝੀਏ। ਇਸ ਕਿਰਿਆ ਵਿੱਚ ਲੋੜੀਂਦਾ ਸਮਾਨ ਹੈ ਫੈਰਸ ਸਲਫੇਟ ਟੈਸਟ ਟਿਊਬ ਬਰਨਰ। ਜਦੋਂ ਅਸੀਂ ਫੈਰਸ ਸਲਫੇਟ ਨੂੰ ਟੈਸਟ ਟਿਊਬ ਵਿੱਚ ਹੀਟ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਫੈਰਸ ਸਲਫੇਟ ਕ੍ਰਿਸਟਲ ਦਾ ਹਰਾ ਰੰਗ ਪੂਰੇ ਰੰਗ ਵਿੱਚ ਬਦਲ ਜਾਂਦਾ ਹੈ ਅਤੇ ਨਾਲ ਹੀ ਇਹ ਸਲਫਰ ਡਾਈਆਕਸਾਈਡ ਅਤੇ ਸਲਫਰ ਟ੍ਰਾਈਆਕਸਾਈਡ ਗੈਸ ਪੈਦਾ ਕਰਦਾ ਹੈ। ਇਹ ਇੱਕ ਤਾਪ ਸੌਖੀ ਕਿਰਿਆ ਹੈ ਕਿਉਂਕਿ ਇਸ ਵਿੱਚ ਅਭਿਕਾਰਕ ਯਾਨੀ ਫੈਰਸ ਸਲਫੇਟ ਨੂੰ ਤੋੜਨ ਲਈ ਤਾਪ ਊਰਜਾ ਦੀ ਜ਼ਰੂਰਤ ਹੁੰਦੀ ਹੈ। ਆਓ ਇਸ ਐਕਟੀਵਿਟੀ ਨੂੰ ਕੈਮੀਕਲ ਇਕੁਏਸ਼ਨ ਦੇ ਰੂਪ ਵਿੱਚ ਲਿਖੀਏ। ਅਸੀਂ ਦੇਖਦੇ ਹਾਂ ਕਿ ਫੈਰਸ ਸਲਫੇਟ ਇੱਕ ਅਭਿਕਾਰਕ ਗਰਮ ਕਰਨ ਤੇ ਫੈਰਿਕ ਆਕਸਾਈਡ ਪਲੱਸ ਸਲਫਰ ਡਾਈਆਕਸਾਈਡ ਪਲੱਸ ਸਲਫਰ ਟ੍ਰਾਈਆਕਸਾਈਡ ਉਤਪਾਦ ਪੈਦਾ ਕਰਦਾ ਹੈ। ਇਸੇ ਤਰ੍ਹਾਂ ਲੈਡ ਨਾਈਟ੍ਰੇਟ ਨੂੰ ਗਰਮ ਕਰਨਾ ਵੀ ਇੱਕ ਅਪਘਟਨ ਕਿਰਿਆ ਹੈ। ਇਸ ਐਕਟਿਵ ਵਿੱਚ ਲੋੜੀਂਦਾ ਸਮਾਨ ਹੈ ਟੈਸਟ ਟਿਊਬ, ਲੈਡ ਨਾਈਟ੍ਰੇਟ, ਬਰਨਰ, ਹੋਲਡਰ ਐਂਡ ਸਪੈਚੂਲਾ। ਸਭ ਤੋਂ ਪਹਿਲਾਂ ਅਸੀਂ ਲੈਡ ਨਾਈਟ੍ਰੇਟ ਨੂੰ ਟੈਸਟ ਟਿਊਬ ਵਿੱਚ ਲਵਾਂਗੇ। ਹੁਣ ਅਸੀਂ ਟੈਸਟ ਟਿਊਬ ਹੋਲਡਰ ਦੀ ਮਦਦ ਨਾਲ ਬਰਨਰ 'ਤੇ ਹੀਟ ਕਰਾਂਗੇ। ਅਸੀਂ ਦੇਖਦੇ ਹਾਂ ਟੈਸਟ ਟਿਊਬ 'ਚੋਂ ਪੂਰੇ ਰੰਗ ਦਾ ਧੂੰਆਂ ਨਿਕਲ ਰਿਹਾ ਹੈ, ਜੋ ਕਿ ਨਾਈਟ੍ਰੋਜਨ ਡਾਈਆਕਸਾਈਡ ਗੈਸ ਹੈ। ਇਹ ਇੱਕ ਤਾਪ ਸੌਖੀ ਕਿਰਿਆ ਹੈ ਕਿਉਂਕਿ ਇਸ ਵਿੱਚ ਅਭਿਕਾਰਕ ਯਾਨੀ ਲੈਡ ਨਾਈਟ੍ਰੇਟ ਨੂੰ ਤੋੜਨ ਲਈ ਤਾਪ ਊਰਜਾ ਦੀ ਜ਼ਰੂਰਤ ਹੁੰਦੀ ਹੈ। ਆਓ ਅਪਘਟਨ ਕਿਰਿਆ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣੀਏ, ਜਿਵੇਂ ਤਾਪ ਅਪਘਟਨ ਕਿਰਿਆ, ਬਿਜਲਈ ਅਪਘਟਨ ਕਿਰਿਆ ਅਤੇ ਪ੍ਰਕਾਸ਼ ਅਪਘਟਨ ਕਿਰਿਆ। ਤਾਪ ਅਪਘਟਨ ਕਿਰਿਆ ਜਦੋਂ ਰਸਾਇਣਿਕ ਕਿਰਿਆ ਗਰਮ ਕਰਕੇ ਕੀਤੀ ਜਾਂਦੀ ਹੈ ਤਾਂ ਉਸ ਨੂੰ ਤਾਪ ਅਪਘਟਨ ਕਿਰਿਆ ਕਹਿੰਦੇ ਹਨ। ਜਿਵੇਂ ਕਿ ਕੈਲਸ਼ੀਅਮ ਕਾਰਬੋਨੇਟ ਦਾ ਟੁੱਟਣਾ ਇੱਕ ਤਾਪ ਅਪਘਟਨ ਕਿਰਿਆ ਹੈ। ਬਿਜਲਈ ਅਪਘਟਨ ਕਿਰਿਆ, ਇਸ ਕਿਰਿਆ ਵਿੱਚ ਅਭਿਕਾਰਕ ਨੂੰ ਤੋੜਨ ਲਈ ਬਿਜਲੀ ਊਰਜਾ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਪਾਣੀ ਵਿੱਚੋਂ ਬਿਜਲੀ ਤਾਰਾਂ ਪ੍ਰਵਾਹਿਤ ਕਰਨ 'ਤੇ ਪਾਣੀ ਅਪਘਟਿਤ ਹੋ ਕੇ ਹਾਈਡਰੋਜਨ ਅਤੇ ਆਕਸੀਜਨ ਗੈਸ ਪੈਦਾ ਕਰਦਾ ਹੈ। ਪ੍ਰਕਾਸ਼ ਅਪਘਟਨ ਕਿਰਿਆ, ਇਸ ਕਿਰਿਆ ਵਿੱਚ ਅਭਿਕਾਰਕ ਨੂੰ ਤੋੜਨ ਲਈ ਪ੍ਰਕਾਸ਼ ਊਰਜਾ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਸਿਲਵਰ ਕਲੋਰਾਈਡ ਸੂਰਜੀ ਪ੍ਰਕਾਸ਼ ਵਿੱਚ ਸਿਲਵਰ ਅਤੇ ਕਲੋਰੀਨ ਵਿੱਚ ਅਪਘਟਿਤ ਹੋ ਜਾਂਦਾ ਹੈ। Next type of chemical reaction is displacement reaction. ਜਦੋਂ ਇੱਕ ਤੱਤ ਦੂਜੇ ਤੱਤ ਨੂੰ ਉਸਦੇ ਯੋਗਿਕਾਂ ਵਿੱਚੋਂ ਵਿਸਥਾਪਿਤ ਕਰ ਦਵੇ ਤਾਂ ਵਿਸਥਾਪਨ ਕਿਰਿਆ ਵਾਪਰਦੀ ਹੈ। ਜਿਵੇਂ A ਇੱਕ ਤੱਤ ਹੈ, B, C ਆਪਸ ਵਿੱਚ ਮਿਲ ਕੇ ਇੱਕ ਯੋਗਿਕ ਬਣਾਉਂਦੇ ਹਨ। A ਅਤੇ BC ਜਦੋਂ ਆਪਸ ਵਿੱਚ ਕਿਰਿਆ ਕਰਦੇ ਹਨ ਤਾਂ A ਵੱਧ ਕਿਰਿਆਸ਼ੀਲ ਹੋਣ ਕਾਰਨ B ਨੂੰ ਵਿਸਥਾਪਿਤ ਕਰ ਦਿੰਦਾ ਹੈ ਅਤੇ ਪ੍ਰੋਡਕਟ ਵਿੱਚ
AC ਇੱਕ ਨਵਾਂ ਯੌਗਿਕ ਬਣਾ ਲੈਂਦਾ ਹੈ। ਇਸ ਨੂੰ ਵਿਸਥਾਪਨ ਕਿਰਿਆ ਕਹਿੰਦੇ ਹਨ। ਆਓ ਇਸ ਕਿਰਿਆ ਨੂੰ ਐਕਟੀਵਿਟੀ ਰਾਹੀਂ ਸਮਝੀਏ। ਇਸ ਕਿਰਿਆ ਵਿੱਚ ਅਸੀਂ ਕਾਪਰ ਸਲਫੇਟ ਦਾ ਘੋਲ ਅਤੇ ਲੋਹੇ ਦਾ ਕਿੱਲ ਲਵਾਂਗੇ। ਸਭ ਤੋਂ ਪਹਿਲਾਂ ਅਸੀਂ ਕਿੱਲ ਨੂੰ ਰੇਕ ਮਾਰਕ ਨਾਲ ਸਾਫ਼ ਕਰਾਂਗੇ ਅਤੇ ਇਸ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ 15 ਤੋਂ 20 ਮਿੰਟ ਤੱਕ ਡੁਬੋ ਕੇ ਰੱਖਾਂਗੇ। ਜਦੋਂ ਅਸੀਂ ਲੋਹੇ ਦੀ ਕਿੱਲ ਨੂੰ ਕਾਪਰ ਸਲਫੇਟ ਦੇ ਘੋਲ ਵਿੱਚੋਂ ਨਿਕਾਲਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਲੋਹੇ ਦੀ ਕਿੱਲ ਦਾ ਰੰਗ ਪੂਰਾ ਹੋ ਗਿਆ ਹੈ। ਇਸ ਕਿਰਿਆ ਵਿੱਚ ਆਇਰਨ ਨੇ ਕਾਪਰ ਨੂੰ ਵਿਸਥਾਪਿਤ ਕਰ ਦਿੱਤਾ ਹੈ ਅਤੇ ਕਾਪਰ ਸਲਫੇਟ ਦੇ ਘੋਲ ਦਾ ਰੰਗ ਵੀ ਹਲਕਾ ਹੋ ਗਿਆ ਹੈ। ਆਓ ਇਸ ਦੀ ਕੈਮੀਕਲ ਇਕੁਏਸ਼ਨ ਸਮਝੀਏ। ਆਇਰਨ ਜਦੋਂ ਕਾਪਰ ਸਲਫੇਟ ਨਾਲ ਕਿਰਿਆ ਕਰਦਾ ਹੈ ਤਾਂ ਆਇਰਨ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੋਣ ਕਾਰਨ ਕਾਪਰ ਨੂੰ ਹਟਾ ਦਿੰਦਾ ਹੈ ਅਤੇ ਪ੍ਰੋਡਕਟ ਵਿੱਚ ਆਇਰਨ ਸਲਫੇਟ ਬਣਾਉਂਦਾ ਹੈ। ਆਓ ਹੁਣ ਅਸੀਂ ਦੋਹਰਾ ਵਿਸਥਾਪਨ ਕਿਰਿਆ ਬਾਰੇ ਜਾਣੀਏ। ਇਸ ਕਿਰਿਆ ਵਿੱਚ ਦੋ ਆਇਨੀ ਅਭਿਕਾਰਕਾਂ ਦੇ ਘੋਲ ਆਪਸ ਵਿੱਚ ਕਿਰਿਆ ਕਰਦੇ ਹਨ ਅਤੇ ਆਇਨਾਂ ਦਾ ਆਦਾਨ ਪ੍ਰਦਾਨ ਕਰਦੇ ਹਨ। ਆਓ ਇਸ ਨੂੰ ਕਿਰਿਆ ਰਾਹੀਂ ਸਮਝੀਏ। ਇਸ ਕਿਰਿਆ ਵਿੱਚ ਅਸੀਂ ਸੋਡੀਅਮ ਸਲਫੇਟ ਐਂਡ ਬੇਰੀਅਮ ਕਲੋਰਾਈਡ ਦਾ ਘੋਲ ਲਵਾਂਗੇ। ਜਦੋਂ ਅਸੀਂ ਟੈਸਟ ਟਿਊਬ ਵਿੱਚ ਸੋਡੀਅਮ ਸਲਫੇਟ ਦੇ ਘੋਲ ਅਤੇ ਬੇਰੀਅਮ ਕਲੋਰਾਈਡ ਦਾ ਘੋਲ ਨੂੰ ਮਿਲਾਉਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇੱਕ ਚਿੱਟੇ ਰੰਗ ਦਾ ਪਦਾਰਥ ਪੈਦਾ ਹੁੰਦਾ ਹੈ ਜੋ ਕਿ ਪਾਣੀ ਵਿੱਚ ਅਘੁਲਨਸ਼ੀਲ ਹੈ। ਇਸ ਨੂੰ ਅਵਖੇਪ ਆਖਦੇ ਹਨ। ਆਓ ਇਸ ਰਸਾਇਣਿਕ ਕਿਰਿਆ ਨੂੰ ਸਮੀਕਰਨ ਰਾਹੀਂ ਸਮਝੀਏ। ਬੇਰੀਅਮ ਸਲਫੇਟ ਦਾ ਚਿੱਟਾ ਅਵਖੇਪ ਬੇਰੀਅਮ ਆਇਨ ਅਤੇ ਸਲਫੇਟ ਆਇਨ ਦੀ ਆਪਸੀ ਕਿਰਿਆ ਦੇ ਨਤੀਜੇ ਵਜੋਂ ਪੈਦਾ ਹੁੰਦਾ ਹੈ। ਇੱਕ ਹੋਰ ਉਤਪਾਦ ਸੋਡੀਅਮ ਕਲੋਰਾਈਡ ਵੀ ਬਣਦਾ ਹੈ ਜਿਹੜਾ ਕਿ ਘੋਲ ਵਿੱਚ ਹੀ ਰਹਿੰਦਾ ਹੈ। ਸੋ ਇਸ ਰਸਾਇਣਿਕ ਕਿਰਿਆ ਵਿੱਚ ਅਭਿਕਾਰਕਾਂ ਦੇ ਆਇਨਾਂ ਦੀ ਅਦਲਾ ਬਦਲੀ ਹੁੰਦੀ ਹੈ। ਇਸ ਨੂੰ ਦੋਹਰਾ ਵਿਸਥਾਪਨ ਕਿਰਿਆ ਕਿਹਾ ਜਾਂਦਾ ਹੈ। Let's study another type of reaction, oxidation and reduction reaction. ਆਕਸੀਕਰਨ ਕਿਰਿਆ ਅਜਿਹੀ ਕਿਰਿਆ ਹੈ ਜਿਸ ਵਿੱਚ ਆਕਸੀਜਨ ਦੀ ਪ੍ਰਾਪਤੀ ਜਾਂ ਹਾਈਡਰੋਜਨ ਦੀ ਹਾਨੀ ਹੋਵੇ। For example, ਕਾਪਰ ਆਕਸੀਜਨ ਨਾਲ ਕਿਰਿਆ ਕਰਕੇ ਕਾਪਰ ਆਕਸਾਈਡ ਬਣਾਉਂਦਾ ਹੈ। ਇਸ ਕਿਰਿਆ ਵਿੱਚ ਕਾਪਰ ਆਕਸੀਜਨ ਪ੍ਰਾਪਤ ਕਰਦਾ ਹੈ, ਇਸ ਲਈ ਇਹ ਇੱਕ ਆਕਸੀਕਰਨ ਕਿਰਿਆ ਹੈ। Reduction reaction ਆਕਸੀਜਨ ਦੀ ਹਾਨੀ ਜਾਂ ਹਾਈਡਰੋਜਨ ਦੀ ਪ੍ਰਾਪਤੀ ਨੂੰ ਲਘੂਕਰਨ ਕਿਰਿਆ ਕਹਿੰਦੇ ਹਨ। ਫॉर ਐਗਜ਼ਾਮਪਲ ਜ਼ਿੰਕ ਆਕਸਾਈਡ ਕਾਰਬਨ ਨਾਲ ਕਿਰਿਆ ਕਰਨ ਤੋਂ ਬਾਅਦ ਆਕਸੀਜਨ ਰਹਿਤ ਹੋ ਜਾਂਦਾ ਹੈ। ਇਸ ਕਿਰਿਆ ਵਿੱਚ ਜ਼ਿੰਕ ਦਾ ਲਘੂਕਰਨ ਹੋਇਆ ਹੈ। ਰਿਡੌਕਸ ਰਿਐਕਸ਼ਨ ਅਜਿਹੀਆਂ ਕਿਰਿਆਵਾਂ ਜਿਸ ਵਿੱਚ ਇੱਕ ਪਦਾਰਥ ਆਕਸੀਕ੍ਰਿਤ ਅਤੇ ਦੂਸਰਾ ਲਘੂਕ੍ਰਿਤ ਹੁੰਦਾ ਹੈ। For example, ਕਾਪਰ ਆਕਸਾਈਡ ਹਾਈਡਰੋਜਨ ਨਾਲ ਕਿਰਿਆ ਕਰਕੇ ਉਤਪਾਦ ਵਿੱਚ ਕਾਪਰ ਬਣਾਉਂਦਾ ਹੈ। ਇਸ ਤਰ੍ਹਾਂ ਕਾਪਰ ਆਕਸਾਈਡ ਵਿੱਚ ਆਕਸੀਜਨ ਦੀ ਕਮੀ ਹੋਈ ਹੈ, ਇਸ ਲਈ ਕਾਪਰ ਲਘੂਕਰਿਤ ਹੋਇਆ ਹੈ, ਜਦੋਂ ਕਿ ਹਾਈਡਰੋਜਨ ਨੇ ਆਕਸੀਜਨ ਪ੍ਰਾਪਤ ਕੀਤੀ ਹੈ, ਇਸ ਲਈ ਹਾਈਡਰੋਜਨ ਦਾ ਆਕਸੀਕ੍ਰਿਤ ਹੋਇਆ ਹੈ। ਆਓ ਹੁਣ ਅਸੀਂ ਖੋਰਨ ਅਤੇ ਦੁਰਗੰਧਤਾ ਬਾਰੇ ਜਾਣੀਏ। ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਆਕਸੀਕਰਨ ਕਿਰਿਆਵਾਂ ਦਾ ਪ੍ਰਭਾਵ ਦੇਖਦੇ ਹਾਂ, ਜਿਵੇਂ ਕਿ ਖੋਰਨ ਅਤੇ ਦੁਰਗੰਧਤਾ। ਖੋਰਨ ਕੁਝ ਧਾਤਾਂ ਦੀ ਸਤ੍ਹਾ ਹਵਾ ਵਿੱਚ ਗੈਸਾਂ ਅਤੇ ਪਾਣੀ ਨਾਲ ਕਿਰਿਆ ਕਰਕੇ ਖੁਰਨ ਲੱਗਦੀਆਂ ਹਨ। ਇਸ ਕਿਰਿਆ ਨੂੰ ਧਾਤਾਂ ਦਾ ਖੋਰਨ ਆਖਦੇ ਹਨ। ਜਿਵੇਂ ਕਿ ਤੁਸੀਂ ਲੋਹੇ ਦੀਆਂ ਨਵੀਆਂ ਵਸਤਾਂ ਚਮਕਦੀਆਂ ਹੁੰਦੀਆਂ ਹਨ, ਪਰ ਕੁਝ ਦਿਨਾਂ ਪਿੱਛੋਂ ਉਹਨਾਂ ਉੱਪਰ ਲਾਲ ਭੂਰਾ ਪਾਊਡਰ ਦੀ ਪਰਤ ਚੜ੍ਹ ਜਾਂਦੀ ਹੈ। ਇਸ ਨੂੰ ਅਸੀਂ ਖੋਰਨ ਜਾਂ ਜੰਗ ਲੱਗਣਾ ਵੀ ਕਹਿੰਦੇ ਹਾਂ। ਆਓ ਹੁਣ ਦੁਰਗੰਧਤਾ ਬਾਰੇ ਸਮਝੀਏ। ਫੈਟ ਵਾਲੀਆਂ ਭੋਜਨ ਵਸਤਾਂ ਨੂੰ ਲੰਬੇ ਸਮੇਂ ਤੱਕ ਹਵਾ ਵਿੱਚ ਖੁੱਲ੍ਹੇ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਉਹਨਾਂ ਵਿੱਚੋਂ ਦੁਰਗੰਧਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਖੁੱਲ੍ਹੇ ਵਿੱਚ ਰੱਖਣ ਨਾਲ ਇਹ ਭੋਜਨ ਵਸਤੂਆਂ ਆਕਸੀਜਨ ਨਾਲ ਕਿਰਿਆ ਕਰਕੇ ਜ਼ਹਿਰੀਲੇ ਪਦਾਰਥ ਬਣਾਉਂਦੀਆਂ ਹਨ।
ਇਸ ਲਈ ਚਿਪਸ, ਬਿਸਕਿਟਸ ਜਾਂ ਹੋਰ ਪੈਕੇਟ ਵਾਲੀਆਂ ਵਸਤੂਆਂ ਵਿੱਚ ਨਾਈਟ੍ਰੋਜਨ ਗੈਸ ਭਰੀ ਜਾਂਦੀ ਹੈ ਕਿਉਂਕਿ ਨਾਈਟ੍ਰੋਜਨ ਇੱਕ ਅਕਿਰਿਆਸ਼ੀਲ ਗੈਸ ਹੈ। I hope you all understand this chapter. Please stay tuned for the next video and do share your feedback also.